ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਾਰਾਇਣ ਨਰ ਪਤ ਨਮਸਕਾਰੇ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਕਵਨ 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 ਗੁਣ ਕਹੀਐ, ਅੰਤ ਨਹੀਂ ਕਛ ਪਾਰੇ। ਬਿਸਮ 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 ਹੀ ਭਈ ਹੈ, ਲਾਲ ਗੁਲਾਲ ਰੰਗਾਰੇ। ਲਾਖ 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 ਕਈ ਕੋਰੈ, ਕੋ ਹੈ ਐਸੋ ਵਿਚਾਰੇ। ਕਹੋ ਨਾਨਕ ਸੰਤਨ ਰਸ ਆਈ ਹੈ, ਜੋ ਚਾਖ ਗੂੰਗਾ ਮੁਸਕਾਰੇ। ਕਹੋ ਨਾਨਕ ਸੰਤਨ ਰਸ ਆਈ ਹੈ, ਜੋ ਚਾਖ ਗੂੰਗਾ ਮੁਸਕਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਅੰਤਰਯਾਮੀ ਗੁਰੂ ਗਰੀਬ ਨਿਵਾਜ, ਕੋਟ ਬ੍ਰਹਮੰਡਾਂ ਦੇ ਸਾਈਂ, ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਜੁੜ ਮਿਲ ਕੇ ਬੈਠੀ ਗੁਰੂ ਕਾ ਖਾਸ ਰੂਪ, ਗੁਰੂ ਸਵਾਰੀ, ਗੁਰੂ ਪਿਆਰੀ ਸਾਧ ਸੰਗਤ ਜੀ। ਆਪ ਜੀ ਨੇ ਭਾਈ ਬਖਸ਼ੀਸ਼ ਸਿੰਘ ਜੀ ਦੇ ਜੱਥੇ ਪਾਸੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਥ ਜਮ ਤਰਾਸ ਮਿਟਾਈ। ਭਾਈ ਸਾਹਿਬ ਬਖਸ਼ੀਸ਼ ਸਿੰਘ ਜੀ ਸਾਨੂੰ ਭੱਟਾਂ ਦੇ ਸਵਈਆਂ ਦੇ ਅੰਦਰੋਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਸੁਣਾ ਰਹੇ ਸੀ। ਬਈ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਚਰਨਾਂ ਦੇ ਨਾਲ ਜੁੜਨ ਦੇ ਨਾਲ, ਤੁਹਾਡੀ ਸੰਗਤ ਦੇ ਨਾਲ ਜੁੜਨ ਦੇ ਨਾਲ ਜਮਾਂ ਦੀ ਤਰਾਸ ਮਿਟ ਜਾਂਦੀ ਹੈ। ਅੱਜ ਪੰਥ ਦੇ ਪਹਿਲੇ ਗ੍ਰੰਥੀ ਧੰਨ ਧੰਨ ਸਤਿਕਾਰਯੋਗ ਬਾਬਾ ਬੁੱਢਾ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਉਤਸਵ ਹੈ। ਉਪਰੰਤ ਜਥੇਦਾਰ ਸਾਹਿਬ ਜੱਸਾ ਸਿੰਘ ਜੀ ਆਲੂਵਾਲੀਆ ਸੁਲਤਾਨੁਲ ਕੌਮ, ਉਹਨਾਂ ਦੀ ਬਰਸੀ ਵੀ ਹੈ। ਆਓ ਦੋਨਾਂ ਪਾਵਨ ਪਵਿੱਤਰ ਦਿਹਾੜਿਆਂ ਦਾ ਇਤਿਹਾਸ ਰਲ ਮਿਲ ਕੇ ਸੰਗਤ ਰੂਪ ਦੇ ਵਿੱਚ ਵਿਚਾਰੀਏ। ਸਾਰੀ ਸੰਗਤ ਪ੍ਰੇਮ ਨਾਲ ਆਖਣਾ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਤਿਅੰਤ ਪਿਆਰੇ ਗੁਰੂ ਘਰ ਦੇ ਵਰਸਾਏ ਸਿੱਖ ਧੰਨ ਧੰਨ ਬਾਬਾ ਬੁੱਢਾ ਜੀ। ਬਾਬਾ ਬੁੱਢਾ ਜੀ ਕੱਥੂ ਨੰਗਲ ਦੇ ਅੰਦਰ ਉਹਨਾਂ ਦਾ ਪ੍ਰਕਾਸ਼ ਹੋਇਆ ਹੈ। ਤੇ ਬਾਬਾ ਬੁੱਢਾ ਜੀ ਨੇ ਬਚਪਨ ਤੋਂ ਉਹ ਬਿਰਤੀ ਧਾਰਨ ਕਰ ਲਈ, ਜਿਸ ਬਿਰਤੀ ਨੂੰ ਧਾਰਨ ਕਰਨ ਕਰਕੇ ਵੱਡੇ ਵੱਡੇ ਜੋ ਜੋਗੀ ਮੁਨੀ ਤਪੀਸਵਰ ਸੀਗੇ ਉਹ ਅਵਸਥਾ ਤੱਕ ਨਹੀਂ ਪਹੁੰਚ ਸਕੇ। ਉਹ ਬਾਬਾ ਬੁੱਢਾ ਜੀ ਸਹਿਜ ਸੁਭਾਏ ਪਹੁੰਚ ਗਏ। ਪੋਥੀ ਦਾ ਪ੍ਰਕਾਸ਼ ਕਰ ਲਓ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬੇਅੰਤ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ ਹੈ। ਜਦੋਂ ਬਚਪਨ ਦੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਕੱਥੂ ਨੰਗਲ ਨਗਰ ਦੇ ਅੰਦਰ ਪਹੁੰਚੇ ਨੇ ਗੁਰੂ ਨਾਨਕ ਸਾਹਿਬ,
ਤੇ ਬਾਬਾ ਬੁੱਢਾ ਜੀ ਬਾਲਕ ਅਵਸਥਾ 'ਚ ਸੀਗੇ। ਬਾਬਾ ਬੁੱਢਾ ਜੀ ਨੇ ਦੇਖਿਆ ਜਦੋਂ ਭਾਈ ਬਾਲਾ ਤੇ ਮਰਦਾਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਕੱਥੂ ਨੰਗਲ ਨਗਰ ਵਿੱਚ ਆਏ ਨੇ, ਤੇ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਤ ਸਮਝ ਕਰ, ਸਾਧੂ ਜਨ ਸਮਝ ਕੇ ਬੇਨਤੀ ਕਰਨਾ ਚਾਹੀ ਵੀ ਮੇਰੇ ਹੱਥ ਤੋਂ ਕੁਝ ਛਕ ਲਓ। ਮਾਤਾ ਨੂੰ ਕਿਹਾ ਮੈਨੂੰ ਕੁਝ ਖਾਣ ਨੂੰ ਕੁੱਜੇ ਦੇ ਅੰਦਰ ਭੋਜਨ ਪਾ ਕੇ ਦਿਓ। ਜੰਗਲ ਦੇ ਅੰਦਰ ਕੁਝ ਸੰਤ ਫਕੀਰ ਮਹਾਤਮਾ ਆਏ ਨੇ, ਮੈਂ ਉਹਨਾਂ ਦੀ ਸੇਵਾ ਕਰਨਾ ਚਾਹਨਾ। ਗੁਰੂ ਨਾਨਕ ਸਾਹਿਬ ਭਾਈ ਬਾਲੇ ਤੇ ਮਰਦਾਨੇ ਦੇ ਲਈ ਬੁੱਢਾ ਜੀ ਆਪਣੇ ਹੱਥ ਦੇ ਅੰਦਰ ਮਿੱਟੀ ਦਾ ਕੁੱਜਾ ਲੈ ਕੇ ਕੁਝ ਛਕਾਣ ਲਈ ਲੈ ਕੇ ਜਾਂਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੋਲ ਪਹੁੰਚੇ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਬਾਲਕ ਤੁਸੀਂ ਕਿਸ ਪ੍ਰਯੋਜਨ ਨਾਲ ਆਏ ਹੋ, ਕਿ ਤੁਹਾਡਾ ਕੀ ਮਕਸਦ ਹੈ ਆਉਣ ਦਾ, ਤੁਸੀਂ ਸਾਡੇ ਕੋਲ ਕਿਉਂ ਆਏ ਹੋ? ਕਿਹਾ ਮਹਾਰਾਜ ਤੁਸੀਂ ਸੰਤ ਹੋ, ਸਾਧੂ ਮਹਾਤਮਾ ਹੋ, ਪਰਮੇਸ਼ਵਰ ਦੀ ਬੰਦਗੀ ਕਰਦੇ ਹੋ, ਤੁਹਾਡੇ ਕੋਲ ਸਮਾਂ ਨਹੀਂ ਖਾਣਾ ਬਣਾਉਣ ਦਾ, ਰਸਤ ਲੈ ਕੇ ਆਉਣ ਦਾ, ਤੇ ਅਸੀਂ ਗ੍ਰਸਤੀ ਹੁੰਨੇ ਆ, ਤੁਹਾਨੂੰ ਆਪਣੀ ਕਿਰਤ ਕਮਾਈ ਚੋਂ ਕੁਝ ਦੇਣ ਆਏ ਆ। ਮੇਰੀ ਮਾਤਾ ਨੇ ਭੋਜਨ ਤਿਆਰ ਕੀਤਾ ਤੁਹਾਡੇ ਲਈ, ਇਹ ਭੋਜਨ ਲੈ ਕੇ ਆਏ ਆ। ਕਿਹਾ ਪੁੱਤਰ ਤੇਰੀ ਬਿਰਤੀ ਬੜੀ ਸ਼ੁਭ ਹੈ, ਚੰਗੇ ਗੁਣ ਨੇ, ਤੇਰੇ ਸੰਸਕਾਰ ਬਹੁਤ ਚੰਗੇ ਨੇ, ਤੇਰੀ ਉਮਰ ਤਾਂ ਹਜੇ ਨਿਆਣੀ ਹੈ, ਤੂੰ ਬਾਲਕ ਹੈ, ਤੇ ਤੂੰ ਸੇਵਾ ਵਾਲੇ ਪਾਸੇ ਕਿਵੇਂ ਤੁਰ ਪਿਆ? ਬਾਬਾ ਬੁੱਢਾ ਜੀ ਨੇ ਇੱਕ ਗੱਲ ਕਹੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿਹਾ, ਮਹਾਰਾਜ ਜੇ ਜੰਗਲ ਦੇ ਅੰਦਰ ਅੱਗ ਲੱਗ ਜਾਵੇ, ਜੇ ਜੰਗਲ ਦੇ ਅੰਦਰ ਅੱਗ ਲੱਗ ਜਾਵੇ ਤੇ ਛੋਟੀ ਲੱਕੜ ਹੋਵੇ ਭਾਵੇਂ ਵੱਡੀ ਲੱਕੜ ਹੋਵੇ, ਦੋਨਾਂ ਨੂੰ ਸਮਾਨ ਹੀ ਅਗਨ ਲੱਗ ਜਾਂਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਵੱਲ ਦੇਖ ਕੇ ਮੁਸਕਰਾਏ, ਕਿਉਂਕਿ ਗੱਲ ਦਾ ਭਾਵ ਅਰਥ ਬਹੁਤ ਡੂੰਘਾ ਸੀ। ਬਈ ਕੋਈ ਬਾਲਕ ਹੋਵੇ ਜਾਂ ਕੋਈ ਬਿਰਧ ਹੋਵੇ, ਸੰਸਾਰ ਰੂਪੀ ਜੰਗਲ ਦੇ ਅੰਦਰ ਸਾਰਿਆਂ ਨੂੰ ਮੌਤ ਨੇ ਆ ਕੇ ਘੇਰ ਲੈਣਾ, ਸਾਰਿਆਂ ਨੂੰ ਜਲ ਜਾਣਾ ਸਾਰਿਆਂ ਨੇ। ਗੁਰੂ ਨਾਨਕ ਸਾਹਿਬ ਨੇ ਆਸ਼ਾ ਦੇਖਿਆ ਬੜਾ ਡੂੰਘਾ ਗੱਲ ਦਾ, ਕਿਹਾ ਤੁਹਾਡੀ ਉਮਰ ਤੇ ਬੱਚਿਆਂ ਲਈ ਹੈ ਤੇ ਗੱਲ ਬੁੱਢਿਆਂ ਲਈ ਕਰਦੇ ਹੋ। ਉਸ ਦਿਨ ਤੋਂ ਨਾਮ ਪੈ ਗਿਆ ਧੰਨ ਧੰਨ ਬਾਬਾ ਬੁੱਢਾ ਜੀ। ਮੇਰੇ RAM ਹਰ ਜਨ ਕੈ ਹਉ ਬਲ ਜਾਈ, ਭਾਈ ਸਾਹਿਬ ਹੁਣੇ ਸ਼ਬਦ ਪੜ੍ਹ ਰਹੇ ਸੀ ਨਾ, ਐਸੇ ਹਰੀ ਦੇ ਜਨਾਂ ਤੋਂ ਬਲਿਹਾਰ ਜਾਈਏ, ਕੇਸਾਂ ਕਾ ਕਰ ਚਵਰ ਟੁਲਾਵਾਂ, ਚਰਨ ਧੂਰ ਮੁਖ ਲਾਈ। ਐਸੇ ਸਾਧੂ ਮਹਾਤਮਾ ਦੀ ਜਿਨ੍ਹਾਂ ਨੂੰ ਮੌਤ ਚੇਤੇ ਹੈ, ਉਹਨਾਂ ਦੇ ਚਰਨਾਂ ਦੀ ਧੂੜੀ ਮੱਥੇ ਤੇ ਲਾਣੀ ਚਾਹੀਦੀ ਹੈ। ਕਿਉਂਕਿ ਮਸਕੀਨ ਜੀ ਕਈ ਵਾਰੀ ਕਥਾ 'ਚ ਕਿਹਾ ਕਰਦੇ ਸੀਗੇ, ਕਹਿੰਦੇ ਜਿਸ ਵਿਅਕਤੀ ਨੂੰ ਮੌਤ ਚੇਤੇ ਨਹੀਂ ਨਾ, ਉਹ ਵਾਹਿਗੁਰੂ ਦਾ ਨਾਮ, ਰਾਮ ਦਾ ਨਾਮ ਜਪਣ ਦੀ ਇੱਛਾ ਨਹੀਂ ਰੱਖੇਗਾ। ਨਾਮ ਉਹੀ ਜਪੇਗਾ ਜਿਹਦੇ ਉੱਤੇ ਦੁੱਖ ਆਵੇਗਾ, ਜਿਹਨੂੰ ਮੌਤ ਚੇਤੇ ਆਵੇਗੀ। ਕਿਉਂਕਿ ਨਾਮ ਜਪਦੇ ਹੀ ਉਹ ਨੇ, ਜਾਂ ਤਾਂ ਉਹ ਸੰਸਾਰ ਤੋਂ ਦੁਖੀ ਹੋ ਜਾਂਦੇ ਨੇ ਕਈ, ਜਿਸ ਤਰ੍ਹਾਂ ਸੁਗਰੀਵ ਦੀ ਘਰਵਾਲੀ ਨੂੰ ਰਾਵਣ ਉਹਦਾ ਭਰਾ ਜਿਹੜਾ ਸੀਗਾ ਬਲੀ, ਉਹ ਚੁੱਕ ਕੇ ਲੈ ਗਿਆ, ਦੁਖੀ ਹੋ ਗਿਆ, ਭਗਵਾਨ ਰਾਮ ਦੀ ਸ਼ਰਨ ਪੈ ਗਏ। ਇੱਕ ਤਾਂ ਦੁੱਖ 'ਚ ਆ ਕੇ ਬੰਦਾ ਭਗਵਾਨ ਦੀ ਸ਼ਰਨ ਪੈਂਦਾ, ਇੱਕ ਜਦੋਂ ਪ੍ਰੇਮ 'ਚ ਆ ਜਾਂਦਾ ਹੈ, ਜਿਸ ਤਰ੍ਹਾਂ ਹਨੂਮਾਨ ਪ੍ਰੇਮ 'ਚ ਆ ਗਏ ਤੇ ਪ੍ਰੇਮ 'ਚ ਆ ਕੇ ਛਾਤੀ ਪਾੜ ਕੇ ਸੀਤਾ ਮਈਆ ਨੂੰ ਦਿਖਾਇਆ, ਆਹ ਦੇਖ ਰਾਮ ਇੱਥੇ ਵਸਦਾ ਹੈ, ਐ ਅੰਗੂਠੀਆਂ 'ਚ ਨਹੀਂ ਵਸਦਾ। ਤੇ ਜਦੋਂ ਕੋਈ ਬੰਦਾ ਪ੍ਰੇਮ 'ਚ ਆ ਕੇ ਪਰਮਾਤਮਾ ਨੂੰ ਧਿਆਉਂਦਾ ਹੈ, ਵਿਰਾਗ 'ਚ ਆ ਕੇ ਧਿਆਉਂਦਾ ਹੈ, ਉੱਥੇ ਉਸ ਨੂੰ ਕਿਹਾ ਜਾਂਦਾ ਉੱਤਮ ਭਗਤ। ਤੇ ਜਦੋਂ ਕੋਈ ਦੁੱਖ ਦੇ ਕਾਰਨ ਕਰਕੇ ਕੋਈ ਮਾਤਾ ਪਿਤਾ ਚੜ੍ਹਾਈ ਕਰ ਗਏ, ਪਰਮਾਤਮਾ ਨਾਲ ਜੁੜ ਗਿਆ, ਉਸ ਨੂੰ ਮੱਧਮ ਭਗਤ ਕਿਹਾ ਜਾਂਦਾ ਹੈ। ਪਰ ਉਹ ਮੱਧਮ ਭਗਤ ਭਗਤੀ ਕਰਕੇ ਸਰਵੋਤਮ ਵੀ ਹੋ ਜਾਂਦੇ ਨੇ। ਜਿਸ ਤਰ੍ਹਾਂ ਧਰੂ ਭਗਤ ਜੀ ਜਦੋਂ ਭਗਤੀ ਕਰਨ ਨਿਕਲੇ ਸਨ ਤਾਂ ਮਨ 'ਚ ਇੱਛਾ ਸੀ, ਮਾਂ ਨੂੰ ਪੁੱਛਿਆ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲਿੱਤਾ, ਪਿਓ ਨੇ ਗੋਦੀ 'ਚ ਬਿਠਾਇਆ। ਮਤਰੇਈ ਮਾਂ ਨੇ ਦੇਖਿਆ ਮੇਰਾ ਪੁੱਤਰ ਗੋਦੀ ਦੇ ਲਾਇਕ ਹੈ, ਉਤਾਨਪਾਦ ਗੋਦੀ 'ਚ ਬੈਠੇਗਾ, ਧਰੂ ਕਿਉਂ ਬੈਠਾ ਹੈ? ਗੋਦੀ ਤੋਂ ਪੜ ਕੇ ਢੰਡੋਲਕਾ ਮਾਂ ਪੁੱਛੇ, ਗੋਦੀ 'ਚੋਂ ਫੜ ਕੇ ਨਾ ਉਠਾ ਦਿੱਤਾ ਮਤਰੇਈ ਮਾਂ ਨੇ।
ਕਹਿੰਦੇ ਜੇ ਰਾਜ ਗੱਦੀ ਤੇ ਬਹਿਣਾ ਸੀ ਨਾ, ਜੇ ਰਾਜ ਗੱਦੀ ਤੇ ਬਹਿਣਾ ਸੀ ਤੇ ਮੇਰੇ ਢਿੱਡ ਤੋਂ ਜਨਮ ਲੈਣਾ ਸੀਗਾ, ਉੜ ਜਾ ਗੱਦੀ ਤੋਂ। ਧਰੂ ਜਾਂਦਾ ਜਾਂਦਾ ਰੋਂਦਾ ਰੋਂਦਾ ਆਪਣੀ ਮਾਂ ਨੂੰ ਪੁੱਛਦਾ, ਮਾਤਾ ਟੰਡੋਲਿਕਾ ਮਾਂ ਪੁੱਛਿਆ ਮਾਂ ਦੀ, ਜਿਸ ਤਰ੍ਹਾਂ ਬੱਚਾ ਜਦੋਂ ਖਿੱਚ ਜਾਂਦਾ ਨਾ, ਉਹ ਆਪਣੀ ਮਾਂ ਦੀ ਬਾਂਹ ਜ਼ੋਰ ਦੇ ਹਿਲਾਉਂਦਾ ਤੇ ਹਿਲਾ ਕੇ ਆਪਣੀ ਗੱਲ ਮਨਵਾਉਂਦਾ। ਧਰੂ ਜੀ ਦੀ ਉਮਰ 5 ਸਾਲ ਸੀ। ਟੰਡੋਲਿਕਾ ਮਾਂ ਪੁੱਛੇ ਤੂੰ ਸਾਵਾਣੀ ਹੈ ਕਿ ਸਰੀਤਾ? ਕਹਿੰਦਾ ਮਾਂ ਤੂੰ ਰਾਣੀ ਹੈ ਕਿ ਗੋਲੀ ਹੈ? ਉਹ ਕਹਿੰਦੀ ਸਾਵਾਣੀ ਹਾਂ ਜਨਮ ਦੀ, ਮੈਂ ਰਾਣੀ ਤਾਂ ਹਾਂ ਪਰ ਨਾਮ ਨਾ ਭਗਤੀ ਕਰਮ ਦ੍ਰਿੜਤਾ, ਪਰ ਮੈਂ ਭਗਤੀ ਨਹੀਂ ਕੀਤੀ ਤਾਂ ਤੇਰੀ ਮਤਰੇਈ ਮਾਂ ਨੇ ਤੈਨੂੰ ਗੋਦੀ 'ਚੋਂ ਉਠਾ ਦਿੱਤਾ। ਅੱਗੋਂ ਧਰੂ ਜੀ ਅੰਦਰੋਂ ਸੋਝੀ ਸੀਗੀ, ਪੁੱਛਿਆ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਉਹ ਕਿਹੜਾ ਉਦਮ ਹੁੰਦਾ ਮਾਤਾ ਜਿਹਦੇ ਨਾਲ ਰਾਜ ਮਿਲ ਜਾਂਦਾ? ਮਾਤਾ ਕਹਿੰਦੀ ਪੁੱਤਰ ਤਪੱਸਿਆ ਕਰਨੇ ਨਾਲ, ਰਾਮ ਦਾ ਨਾਮ ਜਪਣੇ ਨਾਲ, ਪਰਮਾਤਮਾ ਦਾ ਨਾਮ ਜਪਣੇ ਨਾਲ ਰਾਜ ਮਿਲ ਜਾਂਦਾ। ਜੰਗਲ ਦੇ ਅੰਦਰ ਤਪ ਕਰਨ ਗਏ, ਨਾਰਦ ਮੁਨੀ ਨੇ ਉਪਦੇਸ਼ ਦਿੱਤਾ, ਪਰਮਾਤਮਾ ਦੀ ਪ੍ਰਾਪਤੀ ਹੋਈ, ਰਾਜ ਲਈ ਲੈ ਰਹੇ ਸੀ। ਪਰਮਾਤਮਾ ਪ੍ਰਤੱਖ ਭਗਵਾਨ ਪ੍ਰਗਟ ਹੋ ਗਏ। ਭਗਵਾਨ ਨੇ ਕਿਹਾ ਹਾਂਜੀ ਧਰੂ ਭਗਤ ਜੀ ਕੀ ਚਾਹੀਦਾ ਹੈ? ਕਿਹਾ ਮਹਾਰਾਜ ਹੁਣ ਕੁਝ ਨਹੀਂ ਚਾਹੀਦਾ, ਤੁਹਾਡੀ ਭਗਤੀ ਚਾਹੀਦੀ ਹੈ। ਚੱਲੇ ਸੀਗੇ ਰਾਜ ਲੈਣ ਨੂੰ, ਭਗਤੀ ਕਰਨ ਦੇ ਲਈ, ਪਰ ਰਾਜ ਦੀ ਇੱਛਾ ਖਤਮ ਹੋ ਗਈ ਭਗਤੀ ਕਰਦੇ ਕਰਦੇ। ਕਈ ਵਾਰੀ ਅਸੀਂ ਕਾਮਨਾ ਲੈ ਕੇ ਗੁਰੂ ਘਰ ਆਉਂਦੇ ਆ, ਪਰ ਉਹ ਕਾਮਨਾ ਦੀ ਇੱਛਾ ਹੀ ਖਤਮ ਹੋ ਜਾਂਦੀ ਆ। ਪ੍ਰਭੂ ਦੇ ਨਾਮ ਦਾ ਰਸ ਇੰਨਾ ਜ਼ਿਆਦਾ ਹੈ, ਇਹ ਗੱਲ ਸ਼ਬਦਾਂ 'ਚ ਨਹੀਂ ਸਮਝਾਈ ਜਾ ਸਕਦੀ, ਕਿਉਂਕਿ ਪ੍ਰਭੂ ਦੇ ਨਾਮ ਦਾ ਰਸ ਉਹਨੂੰ ਹੀ ਪਤਾ ਲੱਗਦਾ ਜਿਹੜਾ ਜਪਦਾ। ਤਾਂ ਹੀ ਤਾਂ ਬਾਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਕਿਹਾ, ਕਹੋ ਨਾਨਕ ਸੰਤਨ ਰਸ ਆਈ ਹੈ, ਜੋ ਚਾਖ ਗੂੰਗਾ ਮੁਸਕਾਰੇ। ਗੂੰਗੇ ਨੂੰ ਟੌਫੀ ਖਵਾਈਏ, ਚਾਕਲੇਟ ਖਵਾਈਏ, ਗੁੜ ਖਵਾਈਏ, ਪੁੱਛੀਏ ਭਾਈ ਸਵਾਦ ਦੱਸ ਨਹੀਂ ਸਕਦਾ। ਉਸੇ ਤਰ੍ਹਾਂ ਭਗਤ ਨੂੰ ਪੁੱਛੀਏ ਨਾ ਭਗਤੀ ਦਾ ਕੀ ਰਸ ਹੈ, ਉਹ ਕਹਿੰਦਾ ਵੀ ਮੇਰੇ ਚਿਹਰੇ ਦੇ ਉੱਤੋਂ ਦੇਖ ਲਓ ਮੈਨੂੰ ਆਨੰਦ ਹੈ, ਪਰ ਮੈਂ ਮੂੰਹ ਤੋਂ ਨਹੀਂ ਦੱਸ ਸਕਦਾ ਕਿੱਦਾਂ ਦਾ ਆਨੰਦ ਹੈ। ਉਹਨੂੰ ਪੁੱਛਦੇ ਨੇ ਬਈ ਤੂੰ ਬੜੇ ਆਨੰਦ ਵਿੱਚ ਹੈ, ਕੀ ਆਨੰਦ ਦਾ ਕਾਰਨ ਹੈ? ਜਦੋਂ ਭਾਈ ਨੰਦ ਲਾਲ ਜੀ 10ਵੇਂ ਪਾਤਸ਼ਾਹ ਮਹਾਰਾਜ ਕੋਲ ਆਏ ਨਾ, 10ਵੇਂ ਪਾਤਸ਼ਾਹ ਕੋਲ 52 ਕਵੀ ਸੀ, 52 ਪੋਇਟਸ, ਪੌਂਟਾ ਸਾਹਿਬ ਦੀ ਧਰਤੀ ਦੇ ਉੱਤੇ। ਉਹਨਾਂ ਦੇ ਸਭ ਤੋਂ ਜਿਹੜੇ ਸਿਰਮੌਰ ਕਵੀ ਸੀਗੇ ਉਹ ਸਨਾਤਨ ਧਰਮ ਤੋਂ, ਹਿੰਦੂ ਧਰਮ ਤੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਸੀਗੇ। ਤੇ ਨੰਦ ਲਾਲ ਜੀ ਨਾਲ ਔਰੰਗਜ਼ੇਬ ਦੇ ਕੋਲ, ਅੱਜ ਦਾ ਪ੍ਰਕਰਨ ਨਹੀਂ ਪਰ ਕਥਾ ਥੋੜੀ ਜੀ ਪ੍ਰੇਮ ਵੱਲ ਤੁਰ ਪਈ ਹੈ ਤੇ ਸੰਗਤ ਜੀ ਪ੍ਰਵਾਨ ਕਰਨਾ। ਭਾਈ ਨੰਦ ਲਾਲ ਜੀ ਨਾਲ ਔਰੰਗਜ਼ੇਬ ਚਾਹੁੰਦਾ ਸੀ ਮੁਸਲਮਾਨ ਬਣਾ ਦੇਵਾਂ, ਪਰ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਜ਼ਫਰ ਭਾਈ ਨੰਦ ਲਾਲ ਜੀ ਦਾ ਦੋਸਤ ਸੀਗਾ। ਉਹਨੇ ਕਿਹਾ ਤੈਨੂੰ ਸਵੇਰੇ ਮੁਸਲਮਾਨ ਬਣਾ ਦੇਣਗੇ, ਤੂੰ ਇੱਥੋਂ ਚਲਾ ਜਾ। ਭਾਈ ਨੰਦ ਲਾਲ ਜੀ ਨੇ ਬਹਾਦਰ ਸ਼ਾਹ ਨੂੰ ਕਿਹਾ, ਬਹਾਦਰ ਸ਼ਾਹ ਪੂਰੇ ਹਿੰਦੁਸਤਾਨ 'ਚ ਔਰੰਗਜ਼ੇਬ ਦਾ ਰਾਜ ਹੈ, ਕਿੱਥੇ ਜਾਵਾਂਗਾ? ਉਹ ਕਹਿੰਦਾ ਇੱਕ ਜਗ੍ਹਾ ਤੇ ਔਰੰਗਜ਼ੇਬ ਦਾ ਰਾਜ ਨਹੀਂ ਚੱਲਦਾ, ਉਹ ਹੈ ਆਨੰਦਪੁਰ ਦੀ ਪਹਾੜੀਆਂ ਦੇ ਅੰਦਰ, ਉੱਥੇ ਗੁਰੂ ਗੋਬਿੰਦ ਸਿੰਘ ਦਾ ਰਾਜ ਚੱਲਦਾ ਹੈ, ਉੱਥੇ ਔਰੰਗਜ਼ੇਬ ਦਾ ਰਾਜ ਨਹੀਂ ਚੱਲਦਾ, ਉੱਥੇ ਚਲਾ ਜਾ, ਤੇਰਾ ਧਰਮ ਪਰਿਵਰਤਨ ਨਹੀਂ ਹੋਵੇਗਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਆਨੰਦਪੁਰ ਸਾਹਿਬ ਆ ਗਏ, ਰਾਤੋਂ ਰਾਤ ਘੋੜੇ ਤੇ ਸਵਾਰ ਹੋਏ ਆਨੰਦਪੁਰ ਸਾਹਿਬ ਪਹੁੰਚੇ। ਸਵੇਰੇ ਅੰਮ੍ਰਿਤ ਵੇਲੇ ਲੰਬੀਆਂ ਕਤਾਰਾਂ ਲੱਗੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ। ਸ਼੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਮਹਾਰਾਜ ਦੇ ਦਰਸ਼ਨ ਕੀਤੇ, ਬੜਾ ਆਨੰਦ ਹੋਇਆ। ਕਿਹਾ ਮਹਾਰਾਜ ਤੁਹਾਡੇ ਦਰ ਤੇ ਰਹਿਣਾ ਚਾਹਨਾ, ਆਨੰਦਪੁਰ ਸਾਹਿਬ ਕੁਝ ਦਿਨ ਰੁਕਣ ਦੀ ਇੱਛਾ ਹੈ। ਮਹਾਰਾਜ ਕਹਿੰਦੇ ਬੜੀ ਖੁਸ਼ੀ ਦੀ ਗੱਲ ਹੈ, ਰੁਕੋ, ਸੇਵਾ ਕਰੋ। ਕਹਿੰਦੇ ਮਹਾਰਾਜ ਕੋਈ ਸੇਵਾ ਦੱਸੋ। ਮਹਾਰਾਜ ਨੇ ਹਜ਼ੂਰੀ ਸਿੰਘਾਂ ਨੂੰ ਕਿਹਾ ਉਹਨਾਂ ਨੂੰ ਸੇਵਾ ਦੱਸੋ। ਸਿੰਘਾਂ ਨੇ ਭਾਂਡੇ ਮਾਂਜਣ ਦੀ ਸੇਵਾ ਦੇ ਦਿੱਤੀ। ਹੁਣ ਹਿੰਦੁਸਤਾਨ ਦੇ ਬਾਦਸ਼ਾਹ ਦੇ ਜਿਹੜੇ ਪਰਸ਼ੀਅਨ ਤੇ ਫਾਰਸੀ ਦੀ ਭਾਸ਼ਾਵਾਂ ਦੀ ਮਾਇਨੇ ਕਰ ਲੈਂਦੇ ਸੀ, ਉਸ ਕਵੀ ਉਹ ਭਾਂਡੇ ਮਾਂਜ ਰਿਹਾ ਤੇ ਮਨ ਦੇ ਅੰਦਰ ਇੱਕ ਹਉਮੈ ਨੂੰ ਚੋਟ ਲੱਗੀ। ਕਿਹਾ ਮੈਂ ਐਡਾ ਵੱਡਾ ਕਵੀ, ਔਰੰਗਜ਼ੇਬ ਚਾਂਦੀ ਦੀ ਕੁਰਸੀ ਤੇ ਬਿਠਾਉਂਦਾ ਸੀ ਭਾਈ ਨੰਦ ਲਾਲ ਜੀ ਨੂੰ, ਕਿਹਾ ਮੈਂ ਚਾਂਦੀ ਦੀ ਕੁਰਸੀ ਤੇ ਬੈਠਣ ਵਾਲਾ ਤੇ ਸੰਗਤ ਦੇ ਝੂਠੇ ਭਾਂਡੇ ਮਾਂਜ ਰਿਹਾ, ਗੱਲ ਬਣੀ ਨਹੀਂ। ਗੁਰੂ ਸਾਹਿਬ ਮਹਾਰਾਜ ਨੇ ਮੇਰੀ ਕਦਰ ਨਹੀਂ ਪਾਈ। 2-3 ਦਿਨ ਨਿਕਲੇ ਤੇ
ਭਾਂਡੇ ਮਾਂਜਦੇ ਮਾਂਜਦੇ ਜਿਹੜਾ ਗਿਆਨ ਸੀਗਾ ਉਹ ਰੂਹਾਨੀਅਤ ਵੱਲ ਚੇਂਜ ਹੋਣ ਲੱਗ ਪਿਆ, ਆਨੰਦ ਆਉਣ ਲੱਗ ਪਿਆ, ਅੰਦਰ ਦੀ ਇੱਛਾਵਾਂ ਖਤਮ ਹੋਣ ਲੱਗ ਪਈਆਂ। ਥੋੜੇ ਦਿਨ ਬਾਅਦ ਬਹਾਦਰ ਸ਼ਾਹ ਜ਼ਫਰ ਨੇ ਆਪਣਾ ਬੰਦਾ ਭੇਜਿਆ ਵੀ ਨੰਦ ਲਾਲ ਠੀਕ ਤਾਂ ਹੈ, ਮੇਰਾ ਦੋਸਤ ਸੀ। ਫੌਜ ਦੇ 2 ਬੰਦੇ ਗੁਪਤ ਰੂਪ ਦੇ ਅੰਦਰ ਦੇਖਣ ਆਏ, ਭਾਈ ਨੰਦ ਲਾਲ ਜੀ ਨੂੰ ਮਿਲੇ। ਭਾਈ ਨੰਦ ਲਾਲ ਜੀ ਭਾਂਡੇ ਮਾਂਜ ਰਹੇ ਹੋ, ਸਿਰਮੌਰ ਕਵੀ ਚਾਂਦੀ ਦੀ ਕੁਰਸੀਆਂ ਤੇ ਬੈਠਣ ਵਾਲੇ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਗੱਲ ਕਰਦੇ ਹਾਂ ਵੀ ਇਹ ਕੌਣ ਹੈ, ਤੁਸੀਂ ਇਹਨੂੰ ਕਿੱਥੇ ਭਾਇਆ ਹੋਇਆ? 10ਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਉਹ ਦੋਨੋਂ ਬੰਦੇ ਪਹੁੰਚੇ। ਕਿਹਾ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਤੁਹਾਡੇ ਦਰਬਾਰ ਦੇ ਅੰਦਰ ਭਾਈ ਸਾਹਿਬ ਭਾਈ ਨੰਦ ਲਾਲ ਗੋਇਆ ਜੀ ਆਏ ਨੇ ਤੇ ਉਹਨਾਂ ਦੀ ਇਹ ਹਾਲਤ। ਮਹਾਰਾਜ ਕਹਿੰਦੇ ਨੰਦ ਲਾਲ ਨੂੰ ਬੁਲਾਓ, ਕਿਉਂਕਿ ਜਿਹੜਾ ਘਰ ਨਾਲ ਕੋਈ ਰੋਗੀ ਦੇ ਬੰਦਾ ਜਾਏ ਨਾ, ਮਾਤਾ ਜਾਏ, ਪਿਤਾ ਜਾਏ, ਭੈਣ ਜਾਏ, ਭਰਾ ਜਾਏ, ਡਾਕਟਰ ਕਹਿੰਦਾ ਤੂੰ ਬਹਿ ਜਾ, ਮੈਂ ਤਾਂ ਗੱਲ ਮਰੀਜ਼ ਨਾਲ ਕਰਾਂਗਾ, ਤੇਰੇ ਤੋਂ ਸੁਣ ਲਈ ਗੱਲ। ਜਦੋਂ ਭਾਈ ਨੰਦ ਲਾਲ ਜੀ ਨੂੰ ਬੁਲਾਇਆ ਕੇਸਗੜ੍ਹ ਸਾਹਿਬ, 3-4 ਦਿਨ ਹੋ ਗਏ ਸੀ ਸੇਵਾ ਕਰਦੇ। ਭਾਈ ਨੰਦ ਲਾਲ ਜੀ ਆਪ ਜੀ ਨੂੰ ਚੰਦਨ ਦੀ ਕੁਰਸੀ, ਚਾਂਦੀ ਦੀ ਕੁਰਸੀ ਤੇ ਬਹਿਣਾ। ਕਿਹਾ ਮਹਾਰਾਜ ਜੋ ਆਨੰਦ ਹੈ ਹਫਤੇ ਦੇ ਅੰਦਰ ਝੂਠੇ ਭਾਂਡਿਆਂ ਦੀ ਸੇਵਾ ਦੇ ਅੰਦਰ ਆਇਆ ਨਾ, ਉਹ ਆਨੰਦ ਕਦੇ ਅੱਜ ਤੱਕ ਚਾਂਦੀ ਦੀ ਕੁਰਸੀ ਤੇ ਨਹੀਂ ਆਇਆ, ਕਿਉਂਕਿ ਰੂਹਾਨੀਅਤ ਦੀ ਉਹ ਉਡਾਰੀਆਂ ਮਾਰ ਚੁੱਕੇ ਸੀਗੇ। ਫਿਰ 10ਵੇਂ ਪਾਤਸ਼ਾਹ ਦੀ ਉਸਤਤ ਦੇ ਅੰਦਰ, ਪਰਸ਼ੀਅਨ ਦੇ ਅੰਦਰ, ਫਾਰਸੀ ਦੇ ਅੰਦਰ ਕਵਿਤਾਵਾਂ ਲਿਖੀਆਂ ਜਿਹਦਾ ਨਾਮ ਸੀਗਾ ਬੰਦਗੀ ਨਾਮਾ। 10ਵੇਂ ਪਾਤਸ਼ਾਹ ਮਹਾਰਾਜ ਨੂੰ ਭੇਟਾ ਕੀਤਾ ਬੰਦਗੀ ਨਾਮਾ ਨਾਮਕ ਇੱਕ ਗ੍ਰੰਥ। ਤੇ ਜਦੋਂ 10ਵੇਂ ਪਾਤਸ਼ਾਹ ਮਹਾਰਾਜ ਨੇ ਉਹਦਾ ਪਹਿਲਾ ਪੰਨਾ ਪੜ੍ਹਿਆ ਪਰਸ਼ੀਅਨ ਦੇ ਅੰਦਰ, ਮਹਾਰਾਜ ਨੇ ਆਪਣਾ ਤੀਰ ਚੁੱਕਿਆ, ਤੀਰ ਦੇ ਨਾਲ ਉਸ ਕਿਤਾਬ ਦੇ ਉੱਤੇ ਥੱਲੇ ਦੂਜਾ ਨਾਮ ਲਿਖ ਦਿੱਤਾ ਜ਼ਿੰਦਗੀ ਨਾਮਾ। ਮਹਾਰਾਜ ਕਹਿੰਦੇ ਇਹਨੂੰ ਪੜ੍ਹ ਕੇ ਜ਼ਿੰਦਗੀ ਮਿਲੇਗੀ, ਆਖਣਾ ਕਰੋ ਸਤਨਾਮ ਖਾਲਸਾ ਜੀ। ਮਹਾਰਾਜ ਉਹ ਕਦਰਦਾਨ ਸੀਗੇ ਜੋ ਜ਼ਿੰਦਗੀਆਂ ਦੇਣ ਵਾਲੇ ਸੀਗੇ, ਰੂਹਾਨੀ ਜ਼ਿੰਦਗੀਆਂ। ਸੋ ਬਾਬਾ ਬੁੱਢਾ ਜੀ ਜਿਹੜੇ ਗੁਰੂ ਘਰ ਦੇ ਅੰਦਰ, ਗੁਰੂ ਘਰ ਦੀ ਸੇਵਾ ਦੇ ਅੰਦਰ ਟੁੱਟ ਰਹੇ ਨਾ, ਉਹਨਾਂ ਨੂੰ ਮਹਾਰਾਜ ਨੇ ਉਹ ਦਾਨ ਦੇ ਦਿੱਤਾ ਵੀ ਉਹ ਜ਼ਿੰਦਗੀਆਂ ਦੇਣ ਵਾਲੇ ਬਣ ਗਏ। ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਸੇਵਾ ਕੀਤੀ। ਵਾਹਿਗੁਰੂ ਗੁਰਮੰਤਰ ਦਾ ਜਾਪ ਜਪਿਆ, ਸਿੱਖਾਂ ਦੇ ਬੇਅੰਤ ਤਰ੍ਹਾਂ ਦੇ ਦੁੱਖ ਤੇ ਦਰਦ ਦੂਰ ਕੀਤੇ। ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ, ਸੰਤਾਂ ਤੋਂ ਵੱਡਾ ਕੋਈ ਵੀ ਨਹੀਂ ਹੈ। ਜੇ ਸੰਤ ਚਾਹਣ ਤਾਂ ਸਭ ਕੁਝ ਕਰ ਸਕਦੇ ਨੇ, ਜੇ ਸੰਤ ਚਾਹਣ ਤਾਂ ਸਿੱਖਾਂ ਨੂੰ ਚੰਗੇ ਰਾਹ ਪਾ ਸਕਦੇ ਨੇ, ਜੇ ਸੰਤ ਚਾਹਣ ਤਾਂ ਗੁਰੂ ਸਾਹਿਬ ਮਹਾਰਾਜ ਤੋਂ ਵੱਡੀ ਭੁੱਲ ਵੀ ਬਖਸ਼ਵਾ ਸਕਦੇ ਨੇ, ਜੇ ਸੰਤ ਚਾਹਣ ਗੁਰੂ ਦੇ ਭਗਤ ਜਨ ਚਾਹਣ ਉਹ ਸਿੱਖਾਂ ਨੂੰ ਮਾੜੇ ਪਏ ਕਰਮਾਂ ਤੋਂ ਚੰਗੇ ਰਾਹ ਤੇ ਪਾ ਸਕਦੇ ਨੇ। ਬਾਬਾ ਬੁੱਢਾ ਜੀ ਉਹ ਇੱਕ ਧਰਮ ਦੀ ਮੂਰਤੀ ਸਨ ਜਿਨ੍ਹਾਂ ਦੇ ਅੰਦਰ ਕਦੇ ਵੀ ਹਉਮੈ ਲੇਸ਼ ਮਾਤਰ ਵੀ ਨਹੀਂ ਸੀਗੀ। ਬ੍ਰਹਮ ਗਿਆਨੀ ਕਿਆ ਮਨ ਪ੍ਰਗਾਸ ਜੈਸੇ ਧਾਰੀ ਉੱਪਰ ਆਕਾਸ਼, ਉਹਨਾਂ ਦੇ ਮਨ 'ਚ ਪ੍ਰਕਾਸ਼ ਸੀਗਾ। ਜਿਸ ਤਰ੍ਹਾਂ ਧਰਤੀ ਦੇ ਉੱਤੇ ਆਕਾਸ਼ ਫੈਲਿਆ ਹੋਇਆ ਹੈ, ਉਹ ਆਕਾਸ਼ ਦਾ ਕੋਈ ਅੰਤ ਨਹੀਂ ਹੈ, ਉਹਨਾਂ ਦੇ ਮਨ ਦੇ ਅੰਦਰ ਇੰਨਾ ਪ੍ਰਕਾਸ਼ ਸੀ ਪਰਮਾਤਮਾ ਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜੋ ਜਨਮ ਹੋਇਆ 6ਵੇਂ ਪਾਤਸ਼ਾਹ ਦਾ, ਉਹ ਬਾਬਾ ਬੁੱਢਾ ਜੀ ਦੇ ਵਰ ਨਾਲ ਹੋਇਆ। ਤੇ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਸਤਰ ਦੇ ਤੇ ਸ਼ਾਸਤਰ ਦੇ ਗੁਰੂ ਸਨ। ਵਿਦਿਆ ਵੀ ਪੜ੍ਹਾਈ ਤੇ ਸ਼ਸਤਰ ਵਿਦਿਆ ਵੀ ਸਿਖਾਈ। ਤੇ ਜਦੋਂ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣ ਆਉਂਦੇ ਸਨ ਨਾ, ਤੇ ਮੱਥਾ ਟੇਕਦੇ ਸਨ। ਕਿਉਂ? ਕਿਉਂਕਿ ਗੁਰੂ ਨੇ। ਬਾਬਾ ਬੁੱਢਾ ਜੀ ਦੀ ਉਮਰ 90 ਸਾਲ, 6ਵੇਂ ਪਾਤਸ਼ਾਹ ਦੀ ਉਮਰ 40 ਸਾਲ। ਉਧਰੋਂ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਸਨ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਜੀ ਨੂੰ ਬੋਲਿਆ ਵੀ ਤੁਹਾਡੇ ਬਚਨਾਂ ਨਾਲ ਤਾਂ ਸਾਡਾ ਪ੍ਰਕਾਸ਼ ਹੋਇਆ, ਅਵਤਾਰ ਹੋਇਆ, ਜਨਮ ਹੋਇਆ, ਤੁਸੀਂ ਸਾਨੂੰ ਮੱਥਾ ਨਾ ਟੇਕਿਆ ਕਰੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਬਾਬਾ ਬੁੱਢਾ ਜੀ ਤੁਸੀਂ ਸਾਨੂੰ ਮੱਥਾ ਨਾ ਟੇਕਿਆ ਕਰੋ। ਕਿਹਾ ਮਹਾਰਾਜ ਗੁਰੂ ਗੁਰੂ ਹੁੰਦਾ, ਸਿੱਖ ਸਿੱਖ ਹੁੰਦਾ, ਅਸੀਂ ਤੁਹਾਡੇ ਚਰਨਾਂ ਦੀ ਧੂੜ ਆ, ਅਸੀਂ ਮਹਾਰਾਜ ਤੁਹਾਡੇ ਦਰ ਦੇ ਕੂਕਰਾਂ ਦੀ ਵੀ ਸੇਵਾ ਕਰਨ ਵਾਲੇ ਸੇਵਾਦਾਰ ਆ। ਬੜੀ ਨਿਮਰਤਾ ਸੀ।
ਬਾਬਾ ਬੁੱਢਾ ਜੀ ਨੇ ਗੁਰੂ ਘਰ ਦੇ ਅੰਦਰ ਤਕਰੀਬਨ 10 ਦਹਾਕੇ ਸੇਵਾ ਦੇ ਅੰਦਰ ਆਪਣੇ ਲਗਾ ਦਿੱਤੇ। ਸਾਰੇ ਸਮੇਂ ਦੇਖੇ, ਸਾਰੇ ਗੁਰੂਆਂ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ। ਉਹ ਧੰਨ ਧੰਨ ਬਾਬਾ ਬੁੱਢਾ ਜੀ ਦਾ ਇਹ ਪ੍ਰਕਾਸ਼ ਉਤਸਵ ਹੈ। ਬੀੜ ਬਾਬਾ ਬੁੱਢਾ ਜੀ ਵਿਖੇ ਉਹਨਾਂ ਨੇ ਮਾਤਾ ਗੰਗਾ ਨੂੰ ਵਰ ਦਿੱਤਾ ਸੀ, ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ ਬਲ ਜਿਨਕਾ ਕਿਨਹੂ ਨੈ ਸੋਧਾ। ਤੁਹਾਡੇ ਘਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਏਗਾ, ਜਿਨ੍ਹਾਂ ਦਾ ਬਲ ਕੋਈ ਸੋਧ ਨਹੀਂ ਸਕੇਗਾ, ਕੋਈ ਰੋਕ ਨਹੀਂ ਸਕੇਗਾ। ਸੋ ਉਹਨਾਂ ਦਾ ਅੱਜ ਪ੍ਰਕਾਸ਼ ਉਤਸਵ ਹੈ। ਖਾਲਸਾ ਜੀ, ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਤੇ ਅੱਜ ਇੱਕ ਦੂਸਰਾ ਹੋਰ ਦਿਹਾੜਾ ਵੀ ਹੈ, ਕਿਉਂਕਿ ਬਾਬਾ ਬੁੱਢਾ ਜੀ ਦਾ ਇਤਿਹਾਸ ਬਹੁਤਾਤ ਸੰਗਤ ਨੇ ਸੁਣਿਆ ਹੁੰਦਾ, ਉਹਨਾਂ ਨੂੰ ਪਤਾ ਹੈ। ਕਿਉਂਕਿ ਜਿਹੜੀਆਂ ਮਾਵਾਂ ਭੈਣਾਂ ਨੂੰ ਪੁੱਤਰ ਦੀ ਦਾਤ ਚਾਹੀਦੀ ਹੁੰਦੀ ਹੈ ਨਾ, ਉਹ ਬਾਬਾ ਬੁੱਢਾ ਜੀ ਦੇ ਦਰ ਦੇ ਉੱਤੇ ਬੀੜ ਬਾਬੇ ਬੁੱਢੇ ਕੀ ਵਿਖੇ ਮਿੱਸੇ ਪ੍ਰਸ਼ਾਦੇ ਤੇ ਲੱਸੀ ਦਾ ਲੰਗਰ ਲੈ ਕੇ ਜਾਂਦੀਆਂ, ਉਹਨਾਂ ਨੂੰ ਪੁੱਤਰ ਦੀ ਦਾਤ ਮਿਲ ਜਾਂਦੀ ਹੈ। ਤੇ ਸ਼ਬਦ ਦਾ ਜਾਪ ਵੀ ਜਪਦੀਆਂ, ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰੇ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਇਹ ਇਤਿਹਾਸ ਸਾਰਿਆਂ ਨੂੰ ਪਤਾ ਹੈ। ਪਰ ਖਾਲਸਾ ਜੀ, ਇੱਕ ਹੋਰ ਇਤਿਹਾਸ ਵੀ ਅੱਜ ਦੇ ਦਿਨ ਦਾ ਬੜਾ ਪਾਵਨ ਹੈ, ਉਹਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰੀਏ। ਉਹ ਨੇ ਬੁੱਢੇ ਦਲ ਦੇ ਚੌਥੇ ਜਥੇਦਾਰ ਸੁਲਤਾਨੁਲ ਕੌਮ ਜੱਸਾ ਸਿੰਘ ਜੀ ਆਹਲੂਵਾਲੀਆ। ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਉਹਨਾਂ ਦਾ ਇਤਿਹਾਸ ਖਾਲਸਾ ਜੀ ਬੜਾ ਹੀ ਅਮੀਰ ਹੈ।